ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ। ਕਿਸਾਨਾਂ ਨੇ ਮੁੜ ਦਿੱਲੀ ਵੱਲ ਚਾਲੇ ਪਾਏ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਜਿਹੜਾ ਬਹੁਤ ਲੰਬਾ ਸਮਾਂ ਬੀਤ ਚੁੱਕਿਆ ਹੈ ਤੇ ਕਿਸਾਨਾਂ ਵੱਲੋਂ ਵੀ ਦਿੱਲੀ ਦੀ ਬਰੂਹਾਂ ਤੇ ਜਿਹੜੇ ਪੱਕੇ ਮੋਰਚੇ ਸ਼ੁਰੂ ਕੀਤੇ ਸੀ ਉਸ ਨੂੰ 5.5 ਮਹੀਨੇ ਦਾ ਸਮਾਂ ਜਿਹੜਾ ਹੈ ਹੁਣ ਹੋ ਚੁੱਕਿਆ ਤੇ ਹਾੜੀ ਦੇ ਸੀਜ਼ਨ ਤੋਂ ਬਾਅਦ ਕਿਸਾਨਾਂ ਨੇ ਮੁੜ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਵੱਡੇ ਜੱਥੇ ਜਿਹੜੇ ਹੈ ਦਿੱਲੀ ਵੱਲ ਜਾ ਰਹੇ ਨੇ ਤੇ ਅੱਜ ਵੀ ਬਹੁਤ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵੱਲ ਗਏ ਨੇ ਤੇ 12 ਤਰੀਕ ਨੂੰ ਫਿਰ ਜਿਹੜਾ ਹੈਗਾ ਉਹਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ। ਅਸੀਂ ਜਾਣਨਾ ਚਾਹਾਂਗੇ ਕਿਸਾਨ ਅੰਦੋਲਨ ਕਿੱਥੇ ਤੱਕ ਪਹੁੰਚ ਚੁੱਕਾ, ਇਹ ਕੀ ਰਣਨੀਤੀ ਹੈ ਅਗਲੀ? ਅਸਲ ਦੇ ਵਿੱਚ ਇਹ ਸੀਗਾ ਕਿ ਜਦੋਂ ਇਹਦਾ ਸੀਜ਼ਨ ਆਇਆ ਔਰ ਸੀਜ਼ਨ ਦੇ ਦੌਰਾਨ ਇਹ ਸੀਗਾ ਵੀ ਕਿਸਾਨਾਂ ਨੂੰ ਕਾਫੀ ਹੱਦ ਤੱਕ ਕੰਮ ਹੁੰਦਾ ਹੈ, ਆਪਣੀ ਫਸਲ ਸਾਂਭਣੀ ਹੁੰਦੀ ਹੈ, 6 ਮਹੀਨੇ ਦੀ ਫਸਲ ਹੁੰਦੀ ਹੈ। ਉਦੋਂ ਇੱਕ ਹੱਦ ਤੱਕ ਇੱਕ ਤਾਂ ਟਰਾਲੀਆਂ ਇਸ ਕਰਕੇ ਆਈਆਂ ਕਿਉਂਕਿ ਟਰਾਲੀਆਂ ਦੀ ਲੋੜ ਹੈ ਸੀਜ਼ਨ ਦੇ ਦੌਰਾਨ ਅਤੇ ਟਰਾਲੀਆਂ ਦੇ ਵਿੱਚ ਉੱਥੇ ਰਿਹਾ ਵੀ ਨਹੀਂ ਜਾ ਸਕਦਾ ਇੰਨੇ ਗਰਮ ਦੇ ਵਿੱਚ। ਉਹਦੇ ਬਦਲੇ ਟੈਂਟ ਲਾਏ ਜਾਂ ਕੋਈ ਛੰਨਾਂ ਬਣਾਈਆਂ ਵੱਖ-ਵੱਖ ਟਾਈਪ ਦਾ ਸੀ। ਪਰ ਹੁਣ ਉਹਨਾਂ ਨੇ ਪਲਾਨਿੰਗ ਕਰਕੇ ਇਹ ਗੱਲ ਕੀਤੀ ਹੈ ਕਿ ਆਪਾਂ ਹੁਣ ਉੱਥੇ ਇਕੱਠ ਵੀ ਉਸੇ ਲੈਵਲ 'ਤੇ ਵਧਾਇਆ ਜਾਏ ਕਿਉਂਕਿ ਕਿਸਾਨਾਂ ਦਾ ਲਗਭਗ ਹਾੜੀ ਦਾ ਸੀਜ਼ਨ ਖਤਮ ਹੋ ਗਿਆ ਅਤੇ ਹੁਣ 1 ਮਹੀਨਾ ਵਿੱਚ ਘੱਟੋ ਘੱਟ ਝੋਨਾ ਲਾਉਣ ਦੇ ਮਾਮਲੇ ਹਾਲਾਂਕਿ ਪੰਜਾਬ ਸਰਕਾਰ ਨੇ ਅਜੇ ਅਸਲ ਦੇ ਵਿੱਚ ਉਹ ਡੇਟ ਅਨਾਊਂਸ ਨਹੀਂ ਕੀਤੀ। ਇਹ ਤੋਂ ਪਹਿਲਾਂ ਅਸੀਂ 15 ਜੂਨ ਹੋਏਗੀ, 10 ਜੂਨ ਹੋਏਗੀ, 20 ਜੂਨ ਹੋਏਗੀ, ਕਦੋਂ ਝੋਨਾ ਲਾ ਸਕਦੇ ਨੇ, ਇਹ ਅਜੇ ਤੱਕ ਕਨਫਿਊਜ਼ਨ ਹੈ ਪੰਜਾਬ ਸਰਕਾਰ ਦਾ। ਪਰ ਉਹ ਮਹੀਨਾ ਲਗਭਗ ਹੈਗਾ ਅਤੇ ਕਿਸਾਨਾਂ ਨੂੰ ਪ੍ਰੇਰਨਾ ਦੇ ਕੇ ਹਰੇਕ ਜਥੇਬੰਦੀਆਂ ਨੇ ਆਪੋ ਆਪਣੇ ਵਰਕਰਾਂ ਨੂੰ ਇੱਕ ਮਤਲਬ ਦਿੱਲੀ ਵੱਲ ਜਾਣ ਲਈ ਕਿਹਾ। ਅੱਜ ਖਨੌਰੀ ਅਤੇ ਸਿੰਘੂ ਬਾਰਡਰ ਦੇ ਰਾਹੀਂ ਵੱਡੇ ਲੀਡਰਾਂ ਨੇ, ਬਲਵੀਰ ਸਿੰਘ ਰਾਜੇਵਾਲ ਸੀ ਜਾਂ ਸਿੱਧੂਪੁਰ ਗਰੁੱਪ ਦੇ ਨੇ ਜਾਂ ਕਾਦੀਆਂ ਜਾਂ ਹਰਿੰਦਰ ਸਿੰਘ ਲੱਖੋਵਾਲ, ਵੱਖ-ਵੱਖ ਟਾਈਪ ਦੇ ਇਸ ਬਾਰਡਰ ਰਾਹੀਂ ਅਤੇ ਉਧਰ ਬਾਰਡਰ ਰਾਹੀਂ ਵੱਖ-ਵੱਖ ਹੋਰ ਜਥੇਬੰਦੀਆਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਕਾਫਲੇ ਜਿਹੜੇ ਕਾਰਾਂ ਦੇ ਵਿੱਚ, ਟਰੈਕਟਰਾਂ ਦੇ ਰਾਹੀਂ ਜਾਂ ਹੋਰਾਂ ਸਾਧਨਾਂ ਦੇ ਉੱਤੇ ਦਿੱਲੀ ਵੱਲ ਨੂੰ ਗਏ ਨੇ ਔਰ ਤਾਂ ਕਿ ਇਹ ਦਿਖਾਇਆ ਜਾਏ ਕਿ ਕਿਸਾਨ ਜਿਹੜੇ ਨੇ ਉਹ ਲੰਮੇ ਇਰਾਦੇ ਦੇ ਨਾਲ ਅੰਦੋਲਨ ਦੇ ਵਿੱਚ ਆਏ ਨੇ, ਅੰਦੋਲਨ ਲੜਨਗੇ, ਇਹ ਦ੍ਰਿੜਤਾ ਦੁਆਰਾ ਪ੍ਰਗਟਾਈ ਜਾਏ। ਕੇਵਲ 10 ਤਰੀਕ ਅੱਜ ਸੀ, ਫਿਰ 12 ਅਤੇ ਫਿਰ 15, 3 ਪੜਾਵਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਜ਼ਿੰਮੇਵਾਰੀ ਲੱਗੀ ਹੈ ਕਿ ਉਹਨਾਂ ਨੇ ਬੰਦੇ ਉੱਥੇ ਅੰਦੋਲਨ ਦੇ ਵਿੱਚ ਲੈ ਕੇ ਜਾਣੇ ਨੇ ਤਾਂ ਕਿ ਔਰਗੇਨਾਈਜ਼ ਹੋ ਕੇ ਹੋਰ ਗੱਲ ਹੋਏ। ਨਾਲ ਦੀ ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਲੋਕ ਇਹ ਨੇ ਵੀ ਕਰੋਨਾ ਕਰਕੇ ਕਿਸਾਨਾਂ ਨੂੰ ਦੇਖਣਾ ਚਾਹੀਦਾ ਜਾਂ ਬਾਕੀ ਚੀਜ਼ਾਂ ਵੀ ਨੇ, ਪਰ ਕਿਸਾਨ ਲੀਡਰਾਂ ਨੇ ਬੜੀ ਉਸ ਸਮੇਂ ਤੋਂ ਹੀ ਕਲੀਅਰ ਕੀਤਾ ਕਿ ਅਸੀਂ ਮੰਨਦੇ ਹਾਂ ਕਿ ਇਹ ਸੰਕਟ ਹੈ, ਪਰ ਇਹ ਸੰਕਟ ਇੰਨਾ ਵੀ ਨਹੀਂ ਹੈ ਕਿ ਸਾਰੀਆਂ ਲੋੜਾਂ ਸਰੈਂਡਰ ਕਰਕੇ ਗੌਰਮੈਂਟ ਮਨਮਾਨੀ ਕਰੇ। ਗੌਰਮੈਂਟ ਇਹਦੇ ਪ੍ਰਤੀ ਸੰਵੇਦਨਸ਼ੀਲ ਹੋਏ। ਅਸੀਂ ਆਪਣੇ ਬੰਦਿਆਂ ਨੂੰ ਵੀ ਬਚਾਉਣਾ ਅਤੇ ਅਸੀਂ ਲੜਾਈ ਵੀ ਲੜਨੀ ਹੈ। ਇਕੱਲਾ ਇਹ ਨਹੀਂ ਕਰਨਾ ਵੀ ਇੱਕ ਗੱਲ ਸਰੈਂਡਰ ਕਰਕੇ ਦੂਜੇ ਪਾਸੇ ਜਾਏ ਪੈ ਜਾਓ। ਉਹਦੇ ਲਈ ਸਰਕਾਰ ਨੂੰ ਉਹਨਾਂ ਨੇ ਬੜੀ ਵਾਰ ਕਿਹਾ ਕਿ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਗੱਲਬਾਤ ਕਰਕੇ ਮਾਮਲਾ ਨਜਿੱਠਣਾ ਚਾਹੀਦਾ ਕਿਸੇ ਨਾ ਕਿਸੇ ਰੂਪ 'ਚ। ਜੇ ਸਰਕਾਰ ਜਿਹੜਾ ਉਹਨਾਂ ਦਾ ਤਜਰਬਾ ਹੈ ਪਿਛਲਾ ਸ਼ਾਹੀਨ ਬਾਗ ਦੀ ਤਰ੍ਹਾਂ ਅਤੇ ਅੰਦੋਲਨ ਤੁਸੀਂ ਉਠਾ ਦੇਣਾ ਚਾਹੁੰਦੇ ਹੋ, ਇਹ ਕਿਸਾਨਾਂ ਨੇ ਮੈਸੇਜ ਦਿੱਤਾ ਹੈ ਸਾਰੀ ਗੱਲ ਤੋਂ ਕਿ ਤੁਸੀਂ ਚਾਲਬਾਜ਼ੀ ਨਾਲ ਅਤੇ ਇਸ ਤਰੀਕੇ ਨਾਲ ਇਕੱਲਾ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਕਿ ਤੁਸੀਂ ਕਰੋਨਾ ਫੈਲਾਉਣ ਜਾਂ ਜੇ ਇਸ ਬਿਰਤਾਂਤ ਨੂੰ ਵੀ ਤੋੜ ਰਹੇ ਨੇ ਕਿਸਾਨ ਇਸ ਪੱਧਰ ਦੇ ਉੱਤੇ ਕਿ ਜ਼ਿੰਮੇਵਾਰੀ ਸਰਕਾਰ ਦੀ ਸਾਡੇ ਨਾਲੋਂ ਵੱਧ ਹੈ ਕਰੋਨਾ ਬਾਰੇ ਵੀ। ਜੇ ਸਾਡੇ ਨਾਲੋਂ ਵੱਧ ਹੈ ਤਾਂ ਤੁਸੀਂ ਉਹੋ ਜਿਹਾ ਫੈਸਲਾ ਲਓ, ਜੇ ਤੁਸੀਂ ਨਹੀਂ ਲੈਂਦੇ ਤਾਂ ਅਸੀਂ ਆਪਣਾ ਵਿਚਾਰ ਰੱਖਦੇ ਹੋਏ ਵੀ ਵੱਡੇ ਇਕੱਠ ਦੇ ਰੂਪ ਦੇ ਵਿੱਚ ਉੱਥੇ ਬੈਠਾਂਗੇ ਅਤੇ ਉਸ ਸਾਰੇ ਪ੍ਰਬੰਧ ਆਪੋ ਆਪਣੇ ਕਰਾਂਗੇ। ਇਹ ਇੱਕ ਕਲੀਅਰ ਮੈਸੇਜ ਹੈ। ਅੱਜ ਦਾ ਜਥੇਬੰਦੀਆਂ ਵੱਲੋਂ ਲਾਮਬੰਦੀ ਕਰਕੇ ਜਾਣ ਦਾ ਮੈਸੇਜ ਇਹ ਹੈ ਕਿ ਉਹ ਆਰ-ਪਾਰ ਦੀ ਲੜਾਈ ਲੰਮੇ ਸਮੇਂ ਤੱਕ ਲੜਨ ਲਈ ਦ੍ਰਿੜ ਨੇ ਅਤੇ ਜਿੰਨਾ ਵੀ ਲੰਮਾ ਸਮਾਂ ਲੱਗੂਗਾ ਉਹਦੀ ਕੋਈ ਪਰਵਾਹ ਨਹੀਂ ਹੈ। ਇਸ ਲਈ ਗੌਰਮੈਂਟ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਜੀ। ਹਮੀਰ ਸਿੰਘ ਜੀ, ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 400 ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋ ਗਏ ਨੇ। ਜੇਕਰ ਗੱਲ ਕਰੀਏ ਪੱਛਮੀ ਬੰਗਾਲ ਦੀ ਇੱਕ ਮਹਿਲਾ ਕਾਰਕੁਨ ਦੀ ਜਿਹੜੀ ਹੈ ਅੰਦੋਲਨ ਦੌਰਾਨ ਮੌਤ ਹੋਈ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇੱਕ ਤਾਂ ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਹੈ ਅਤੇ ਉਸ 'ਤੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਜਿਹੜਾ ਹੈਗਾ। ਉਹਦੇ 'ਤੇ ਵੀ ਕਈ ਮਾਮਲੇ ਸਾਹਮਣੇ ਆ ਕਿਉਂਕਿ ਇਦੋਂ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਕਾਹਦੇ ਕਰਕੇ ਖੜ੍ਹਾ ਹੈ? ਕਿਸਾਨ ਅੰਦੋਲਨ ਦੀਆਂ 2 ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਇੱਕ ਇਹ ਸ਼ਾਂਤਮਈ ਹੈ ਅਤੇ ਦੂਜਾ ਉੱਥੇ ਇਖਲਾਕੀ ਦਬਾਅ ਹੈ। ਇਖਲਾਕ ਦੇ ਤੌਰ 'ਤੇ ਕਿਸੇ ਨਾਲ ਵੀ ਸਮਾਜਿਕ ਤੌਰ 'ਤੇ ਵਿਤਕਰਾ ਨਹੀਂ ਹੋਏਗਾ, ਲਿੰਗਕ ਤੌਰ 'ਤੇ ਵਿਤਕਰਾ ਨਹੀਂ ਹੋਏਗਾ, ਵੱਖ-ਵੱਖ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇ ਨਾਂ 'ਤੇ ਵਿਤਕਰਾ ਨਹੀਂ ਹੋਏਗਾ। ਇਸੇ ਕਰਕੇ ਅੱਜ ਤੱਕ ਬੜੇ ਵੱਡੇ ਪੱਧਰ ਦੇ ਉੱਤੇ ਮੰਨਿਆ ਗਿਆ ਕਿ ਉੱਥੇ ਕਿਸੇ ਨਾਲ ਕੋਈ ਜ਼ਿਆਦਤੀ ਜਿਹੜੀ ਹੈ ਕਿਸੇ ਔਰਤ ਨਾਲ, ਕਿਸੇ ਕੁੜੀ ਨਾਲ ਕੋਈ ਛੇੜਛਾੜ ਉਹ ਨਹੀਂ ਹੁੰਦੀ। ਪਰ ਇਹ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਕਿ ਪੱਛਮੀ ਬੰਗਾਲ ਤੋਂ ਕੋਈ ਕੁੜੀ ਕਿਸੇ ਉੱਥੋਂ ਦੇ ਜਥੇ ਨਾਲ ਆਈ ਸੀ। ਇੱਕ ਹੋਰ ਟਾਈਪ ਦੀ ਕੋਈ ਕਿਸਾਨ ਜਥੇਬੰਦੀ, ਕੀ ਉਹਦਾ ਨਾਂ ਹੈ, ਕਿਸਾਨ ਜਿਹੜੀ ਹੈ
ਆਰਮੀ ਦੇ ਤੌਰ ਤੇ, ਸੋਸ਼ਲ ਆਰਮੀ ਦੇ ਤੌਰ ਤੇ ਜਿਹੜੀ ਇੱਕ ਕੋਈ ਬਣੀ, ਉਹਦੇ ਬਾਰੇ ਬਹੁਤਾ ਜਾਣਿਆ ਨਹੀਂ ਜਾ ਸਕਦਾ। ਉਹ ਪਿਛੋਕੜ ਕੀ ਹੈ, ਕਿਸ ਤਰੀਕੇ ਨਾਲ ਕੰਮ ਕਰਦੀ ਸੀ, ਕਿਸ ਲੈਵਲ ਦਾ ਮਾਮਲਾ ਸੀ। ਪਰ ਜਿਹੜੀ ਤੱਥ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਉਹ ਕੁੜੀ ਨਾਲ ਜਿਹੜੀ ਜ਼ਿਆਦਤੀ ਹੋਈ ਹੈ ਉਸ ਗਰੁੱਪ ਦੇ ਵਿੱਚ ਹੀ ਕਿਤੇ ਨਾ ਕਿਤੇ ਹੋਈ ਹੈ। ਜਿਹੜੀ FIR ਵੀ ਜਦੋਂ ਪਤਾ ਲੱਗਿਆ ਕਿਸਾਨ ਆਗੂਆਂ ਨੂੰ ਲਿਖਾਇਆ, ਉਹਦੇ ਫਾਦਰ ਨੂੰ ਵੀ ਬੁਲਾਇਆ ਤੇ ਬਾਕੀ ਚੀਜ਼ਾਂ ਨੇ। ਇਹਦੇ ਤੋਂ ਵੀ ਵੱਡਾ ਸਵਾਲ ਇਹ ਸੀ ਕਿ ਜਿਹੜਾ 24 ਦੇਸ਼ ਦੀਆਂ 24 ਔਰਤਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੇ ਇੱਕ ਬਿਆਨ ਜਾਰੀ ਕੀਤਾ, ਤੇ ਉਹ ਬਿਆਨ ਜਾਰੀ ਵੀ ਉਸੇ ਨਾਲ ਜੋੜ ਕੇ ਕੀਤਾ ਗਿਆ ਕਿ ਇਹੋ ਜਿਹੀਆਂ ਘਟਨਾਵਾਂ ਤੇ ਕਿਸਾਨ ਮੋਰਚੇ ਨੂੰ ਸੀਰੀਅਸਲੀ ਗੰਭੀਰਤਾ ਦੇ ਨਾਲ ਸੋਚ ਕੇ ਸਟੈਂਡ ਤੱਕ ਇਹੋ ਜਿਹੇ ਤੇ ਚੌਕਸੀ ਵੀ ਬਹੁਤ ਵੱਡੀ ਰੱਖਣ ਦੀ ਲੋੜ ਹੈ ਤਾਂ ਕਿ ਸਾਰਿਆਂ ਲਈ ਉਹੋ ਜਿਹਾ ਮਾਹੌਲ ਬਣਾਇਆ ਜਾਏ। ਔਰ ਉਸੇ ਦੇ ਸੰਦਰਭ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਲੀਅਰ ਕੱਟ ਬਿਆਨ ਵੀ ਦਿੱਤਾ। ਉਹ ਬਿਆਨ ਇਹ ਸੀ ਕਿ ਜਦੋਂ ਪਤਾ ਲੱਗ ਗਿਆ ਇਹੋ ਜਿਹੀ ਕੋਈ ਘਟਨਾ ਵਾਪਰੀ ਹੈ ਤੇ ਉਦੋਂ ਤੋਂ ਉਸ ਜਥੇਬੰਦੀ ਦਾ ਜਿਹੜੀ ਆਈ ਸੀ ਤੇ ਉਹਦੇ ਟੈਂਟ ਉੱਥੋਂ ਪੱਟ ਦਿੱਤੇ ਗਏ ਨੇ ਤੇ ਉਹਨਾਂ ਦੇ ਸਾਰਾ ਇਹ ਕਰ ਦਿੱਤਾ ਗਿਆ ਕਿ ਤੁਸੀਂ ਇੱਥੇ ਨਹੀਂ ਰਹਿ ਸਕਦੇ। ਤੇ ਨਾਲ ਦੀ ਨਾਲ ਇੱਕ FIR ਦਰਜ ਕਰਾਈ ਗਈ ਹੈ ਜਿਹਦੇ 'ਚ ਉਹ ਬੰਦਿਆਂ ਦੇ ਨਾਂ ਜਿਹੜੇ ਕੁੜੀ ਨੇ ਦੱਸੇ ਜਾਂ ਉਹਦੇ ਪਿਤਾ ਨੇ ਦੱਸੇ ਜਿਸ ਤਰੀਕੇ ਦੇ ਨਾਲ ਉਹ ਸਾਰਾ ਕੀਤਾ ਗਿਆ। ਤੇ ਉਹਨਾਂ ਨੇ ਇੱਕ ਇਹ ਤਾਕੀਦ ਵੀ ਕੀਤੀ ਹੈ ਤੇ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਅੰਦੋਲਨ ਇਖਲਾਕੀ ਤੌਰ ਤੇ ਕਿਸਾਨ ਅੰਦੋਲਨ ਜਿਸ ਤਰੀਕੇ ਨਾਲ ਖੜਾ ਹੈ ਇਹ ਐਵੇਂ ਹੀ ਖੜੇਗਾ ਔਰ ਸਭ ਦੀ ਸੁਰੱਖਿਆ ਦੀ ਗਰੰਟੀ ਸਾਡੀ ਹੋਏਗੀ ਜਿਸ ਲੈਵਲ ਤੇ ਵੀ। ਜਿਹੜਾ ਵੀ ਕੋਈ ਇਹੋ ਜਿਹੀ ਕਾਰਵਾਈ 'ਚ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ, ਆਪਦੇ ਵੱਲੋਂ ਵੀ, ਅੰਦੋਲਨ ਵੱਲੋਂ ਵੀ ਤੇ ਕਾਨੂੰਨੀ ਵੀ, ਜੋ ਵੀ ਕਾਨੂੰਨੀ ਟਾਈਪ ਦੇ ਉਸ ਲੈਵਲ ਦੀਆਂ ਚੀਜ਼ਾਂ ਬਣਦੀਆਂ ਨੇ। ਔਰ ਇਸ ਤਰੀਕੇ ਦੇ ਨਾਲ ਕੁਝ ਜਿਹੜੀਆਂ ਆਰਗੇਨਾਈਜੇਸ਼ਨਾਂ ਕਹਿੰਦੀਆਂ ਨੇ ਕਿ ਸਾਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਵੀ ਮਤਲਬ ਇਸ ਗੱਲ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਚੇਤਨਤਾ ਦੇ ਤੌਰ ਤੇ, ਸੂਝ-ਬੂਝ ਦੇ ਤੌਰ ਤੇ, ਕਿਉਂਕਿ ਨਹੀਂ ਤਾਂ ਫਿਰ ਹੌਲੀ-ਹੌਲੀ ਜਦੋਂ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਐਲੀਗੇਸ਼ਨ ਲੈਂਦੇ। ਔਰ ਬੜੀ ਇੰਨੇ ਲੰਮੇ ਸਮੇਂ ਬਾਅਦ ਵੀ ਇਹ ਕਿਹੜੀ ਵਾਪਰੀ ਹੋਈ ਘਟਨਾ ਹੈ, ਇਹਨੂੰ ਵੀ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੇ ਜਵਾਬ ਦਿੱਤਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਉਹਦੀ ਮੇਨ ਧਾਰਾ ਇਹੀ ਹੈ ਕਿ ਉੱਥੇ ਜਾ ਕੇ ਔਰਤਾਂ ਨੂੰ ਕੋਈ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ ਤੇ ਬਾਕੀ ਅੰਦੋਲਨ ਦੇ ਉੱਤੇ ਵੀ ਕੋਈ ਤਬਾਹ ਨਾ ਲੱਗੇ ਕਿਸੇ ਵੀ ਕਿਸਮ ਦਾ। ਔਰ ਉਹਨਾਂ ਦੇ ਸਾਹਮਣੇ ਬਾਕੀ ਪੁਲਿਸ ਜਾਂਚ ਦਾ ਸਵਾਲ ਹੈ ਕਿ ਹੁਣ ਜਦੋਂ ਪੁਲਿਸ ਜਾਂਚ ਕਰੂਗੀ ਕਿ ਕੀ ਵਾਕਈ ਉਹ ਬੰਦੇ ਜਿਨ੍ਹਾਂ ਦੇ FIR 'ਚ ਨਾਂ ਨੇ ਉਹੀ ਦੋਸ਼ੀ ਨੇ ਜਾਂ ਉਹਨਾਂ ਦੇ ਪਿੱਛੇ ਕੋਈ ਹੋਰ ਵੀ ਨੇ, ਕੀ ਹੈ ਇਹ ਜਾਂਚ ਵੀ ਹੋ ਕੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਅੱਗੇ ਨੂੰ ਜਿਹੜੇ ਵੀ ਕੋਈ ਬੰਦੇ ਇਹੋ ਜਿਹਾ ਕੁਝ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੀ ਜ਼ਰੂਰਤ ਨਾ ਪਵੇ ਉਸ ਕਰਤੇ ਉਹਨਾਂ 'ਤੇ ਨਜ਼ਰ ਵੀ ਰੱਖੀ ਜਾ ਸਕੇ ਇਹੋ ਜਿਹੇ ਲੋਕਾਂ ਦੇ ਉੱਤੇ। ਜੀ ਹਮੀਰ ਸਿੰਘ ਜੀ, ਇਹ ਤਾਂ ਗੱਲ ਸੀ ਕਿਸਾਨ ਅੰਦੋਲਨ ਦੀ। ਜੇਕਰ ਹੁਣ ਗੱਲ ਕਰੀਏ ਕਰੋਨਾ ਵਾਇਰਸ ਦੀ, ਦੇਸ਼ 'ਚ ਕਰੋਨਾ ਦੇ ਲੱਖਾਂ ਕੇਸ ਸਾਹਮਣੇ ਆ ਰਹੇ ਨੇ, ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਵੱਖ-ਵੱਖ ਸੂਬੇ ਸਰਕਾਰਾਂ ਆਪਣੇ ਲੈਵਲ 'ਤੇ ਜਿਹੜਾ ਹੈਗਾ ਲੋਕਡਾਊਨ ਲਾ ਰਹੀਆਂ ਨੇ। ਜੇਕਰ ਗੱਲ ਕਰੀਏ ਹਰਿਆਣਾ ਨੇ ਵੀ ਕੱਲ੍ਹ 7 ਦਿਨਾਂ ਲਈ ਜਿਹੜਾ ਹੈਗਾ ਪਾਬੰਦੀਆਂ ਵਧਾ ਦਿੱਤੀਆਂ ਨੇ। ਚੰਡੀਗੜ੍ਹ ਪ੍ਰਸ਼ਾਸਨ ਵੀ ਇਸ ਲਈ ਮੀਟਿੰਗ ਕਰ ਰਿਹਾ। ਹੋਰ ਵੀ ਵੱਖ-ਵੱਖ ਸੂਬਿਆਂ ਨੇ ਕਈ ਤਰ੍ਹਾਂ ਦੀ ਪਾਬੰਦੀਆਂ ਜਿਹੜੀਆਂ ਲਾਤੀਆਂ ਨੇ। ਅਸੀਂ ਜਾਣਨਾ ਚਾਹਾਂਗੇ ਦੇਸ਼ 'ਚ ਮੌਜੂਦਾ ਹਾਲਾਤ ਕੀ ਨੇ ਤੇ ਸਰਕਾਰ ਦੀ ਹੁਣ ਤੱਕ ਦੀ ਰਣਨੀਤੀ ਕਿਸ ਤਰ੍ਹਾਂ ਦੀ ਰਹਿ ਰਹੀ ਹੈ। ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਟੇਟਾਂ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਅਜੇ ਤੱਕ ਸਮਝ ਹੀ ਨਹੀਂ ਆ ਰਹੀ ਕਰਨਾ ਕੀ ਚਾਹੀਦਾ ਔਰ ਪਤਾ ਹੀ ਨਹੀਂ ਲੱਗ ਰਿਹਾ। ਕੋਈ ਕਦੇ ਕੁਛ ਕਰਦੇ ਨੇ ਵੀ ਆਹ ਤਜਰਬਾ ਕਰ ਲਓ, ਆਹ ਤਜਰਬਾ, ਜਿਵੇਂ ਕਹਿੰਦੇ ਨੇ ਵੀ ਨੀਮ ਹਕੀਮ ਖਤਰਾ ਜਾਨ ਹੁੰਦਾ ਨਾ, ਕਿ ਉਹ ਮਰੀਜ਼ 'ਤੇ ਤਜਰਬੇ ਕਰ ਦੇਖੀ ਜਾਂਦਾ ਕਿ ਆਹ ਗੋਲੀਆਂ ਦੇ ਦਿਓ, 5 ਦਿਨ ਬਾਅਦ ਮਰੀਜ਼ ਫੇਰ ਜਾਂਦਾ ਕਿ ਨਹੀਂ ਜੀ ਠੀਕ ਨਹੀਂ ਹੋਇਆ, ਫਿਰ ਉਹ ਕਹਿੰਦਾ ਚੱਲ ਇਹ ਬਦਲ ਕੇ ਦੇਖ ਲੈਂਦੇ ਹਾਂ, ਫਿਰ ਉਹ ਬਾਕੀ ਬਦਲ ਦਿੰਦਾ। ਇਹ ਜਿਹੜਾ ਇੱਕ ਤਜਰਬਾ ਕਰਨ ਦਾ ਸਿਸਟਮ ਹੈ ਇਹ ਬੰਦਿਆਂ ਦੇ ਜਿਹੜੀ ਜੀਵਨ ਦਾ ਬਹੁਤ ਵੱਡਾ ਖੌਅ ਬਣ ਰਿਹਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਿਹਤ ਸਹੂਲਤਾਂ ਕਿਵੇਂ ਪੈਦਾ ਕਰਦੇ ਹੋ, ਆਕਸੀਜਨ ਲੋੜੀਂਦੀ ਕਿਵੇਂ ਆਵੇ, ਆਕਸੀਜਨ ਦੀ ਵੰਡ ਕਿਵੇਂ ਹੋਵੇ, ਆਕਸੀਜਨ ਦੀ ਪਹੁੰਚ ਹਸਪਤਾਲਾਂ ਦੇ ਵਿੱਚ ਕਿਵੇਂ ਹੋਵੇ। ਉਸੇ ਤਰ੍ਹਾਂ ਫਿਰ ਬੈੱਡ, ਫਿਰ ਵੈਂਟੀਲੇਟਰ, ਫਿਰ ਡਾਕਟਰੀ ਸਟਾਫ, ਫਿਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਲੋੜੀਂਦੀਆਂ ਨੇ ਉਹ ਕਿਵੇਂ ਹੋਣ, ਕਿਸ ਤਰੀਕੇ ਦੇ ਨਾਲ ਹੋਣ। ਅਤੇ ਵੈਕਸੀਨ ਦਾ ਸਵਾਲ ਹੈ, ਉਹ ਰਾਜ ਅਤੇ ਕੇਂਦਰ ਲੜ ਰਹੇ ਨੇ। ਉਹ ਕਹਿੰਦੇ ਸਾਡੇ ਕੋਲ ਜ਼ਰੂਰਤ ਮੁਤਾਬਕ ਆ ਨਹੀਂ ਰਹੀ। ਕੇਂਦਰ ਇੱਕ ਬਿਆਨ ਦੇ ਦਿੰਦਾ ਕਿ ਅਜੇ 54 ਲੱਖ ਡੋਜ਼ਾਂ ਪਈਆਂ ਨੇ। ਉਹ ਡੋਜ਼ਾਂ ਦਾ ਆਪਦੇ ਆਪ 54 ਲੱਖ ਨਾਲ ਕੀ 138 ਕਰੋੜ ਦੀ ਆਬਾਦੀ ਜਿਹੜੀ ਹੈ ਅਤੇ ਉਹ ਕੇਵਲ ਇੰਨੇ ਨਾਲ ਨਹੀਂ ਨਾ ਚੱਲਣੀ। ਜਿਹੜੀ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸੀ ਕਿ ਇੰਨੀਆਂ ਚਾਹੀਦੀਆਂ ਨੇ ਤਾਂ ਤਰਤੀਬ ਉਹੀ ਜਿਹੀ ਦਿੰਦੇ। ਇਸੇ ਤਰੀਕੇ ਨਾਲ ਜੇ ਤੁਸੀਂ ਦੇਖਦੇ ਹੋ ਕਿ ਕਰਨਾਟਕਾ ਦੇ ਵਿੱਚ ਅੱਜ ਇੱਕ ਇਹ ਹੋਇਆ ਕਿ ਕਰਨਾਟਕਾ ਗੌਰਮੈਂਟ ਨੇ ਆਪਣੇ ਤਰ੍ਹਾਂ ਦਾ ਲੋਕਡਾਊਨ ਕੀਤਾ। ਉਹਨਾਂ ਨੇ ਕੁਝ ਥਾਵਾਂ ਬਣਾਤੀਆਂ ਕਿ ਇੱਥੋਂ ਤੁਸੀਂ ਜ਼ਰੂਰੀ ਵਸਤਾਂ ਖਰੀਦ ਸਕਦੇ ਹੋ, ਇੱਥੇ ਆਓ, ਇੱਥੇ ਆਓ, ਇੱਥੇ। ਉਹ ਕਹਿੰਦੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਰਨਾ ਤਾਂ ਕੀ ਕਰਨਾ, ਅਤੇ ਬਹੁਤ ਵੱਡਾ ਇੱਕ ਕਨਫਿਊਜ਼ਨ ਇੱਕ ਕ੍ਰੀਏਟ ਹੋ ਗਿਆ ਆਪਣੇ ਆਪ ਦੇ ਵਿੱਚ। ਅਤੇ ਕਿਉਂ ਨਹੀਂ ਬੈਠ ਕੇ ਅਜੇ ਤੱਕ ਇਹ ਰਾਹ ਕਿਉਂ ਨਹੀਂ ਅਡੋਪਟ ਕੀਤਾ ਜਾਂਦਾ, ਇਸ ਰਾਹ ਪਿਆ ਕਿਉਂ ਨਹੀਂ ਜਾਂਦਾ ਕਿ ਨਰਿੰਦਰ ਮੋਦੀ ਹੀ ਕੇਂਦਰ ਪੱਧਰ 'ਤੇ ਆਲ ਪਾਰਟੀ ਮੀਟਿੰਗ ਬੁਲਾ ਲਏ
ਸਰਬ ਪਾਰਟੀ ਮੀਟਿੰਗ ਬੁਲਾ ਕੇ ਵੀ ਡਿਸਕਸ ਕਰੇ ਕਿ ਤੁਸੀਂ ਦੱਸੋ ਤੁਹਾਡਾ ਸਹਿਯੋਗ ਚਾਹੀਦਾ, ਕੀ ਕਰਨਾ ਚਾਹੁੰਦੇ ਹੋ। ਇਸੇ ਤਰ੍ਹਾਂ ਸੂਬਾ ਸਰਕਾਰਾਂ ਵੀ ਆਪਣੀਆਂ ਸਰਬ ਪਾਰਟੀ ਮੀਟਿੰਗਾਂ ਬੁਲਾ ਲੈਣ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਜਾਂ ਹੋਰਾਂ ਲੋਕਾਂ ਦੀਆਂ ਰਾਇਆਂ ਲੈਣ ਦੇ ਲਈ ਵੀ ਤੁਸੀਂ ਹੇਠਲੇ ਲੈਵਲ 'ਤੇ ਇੱਕ ਜਨਰਲ ਮੀਟਿੰਗਾਂ ਬੁਲਾ ਸਕਦੇ ਹੋ ਕਿ ਏਰੀਆ ਵਾਈਜ਼ ਕੀ ਕਰਨਾ ਚਾਹੀਦਾ, ਜਾਂ ਜਿਹੜੇ ਏਰੀਏ ਨੇ ਸ਼ਹਿਰਾਂ ਦੀਆਂ ਵੀ ਵੱਖ-ਵੱਖ ਜਨਤਕ ਜਥੇਬੰਦੀਆਂ NGO ਨੂੰ ਸੱਦ ਕੇ ਤੁਸੀਂ ਕਿਉਂ ਪਲਾਨਿੰਗ ਨਹੀਂ ਬਣਾਉਂਦੇ। ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਜੋ ਅਸੀਂ ਬੈਠੇ ਹੋਏ ਬੰਦੇ ਆ ਸਾਨੂੰ ਸਭ ਕੁਝ ਆਉਂਦਾ ਹੈ, ਅਸੀਂ ਕੇਵਲ ਆਰਡਰ ਕਰਨਾ। ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦੇ ਮੁਤਾਬਕ ਫੈਸਲੇ ਕਿਉਂ ਨਹੀਂ ਲੈਣਾ ਚਾਹੁੰਦੇ? ਸ਼ਾਇਦ ਉਹ ਕਿੰਨਾ ਹੀ ਸੌਖਾ ਹੋ ਸਕਦਾ ਹੈ। ਔਰ ਜਿਹੜਾ ਉਹ ਕਹਿੰਦੇ ਨੇ ਕਿ ਕਰੋਨਾ ਨਾਲ ਨਜਿੱਠਣ ਦੇ ਵਾਸਤੇ ਇਹ ਪ੍ਰੋਟੋਕੋਲ ਲਾਗੂ ਕਰਨਾ ਹੈ, ਇਹ ਵੀ ਲੋਕ ਜਿਹੜਾ ਸੁਝਾਅ ਦੇਣਗੇ ਸ਼ਾਇਦ ਉਹ ਜ਼ਿਆਦਾ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਹੋਣਗੇ। ਜਿਹੜੀ ਚੀਜ਼ ਜ਼ਮੀਨੀ ਹਕੀਕਤ ਨਾਲ ਜੁੜੀ ਹੋਈ ਹੁੰਦੀ ਹੈ ਉਹੀ ਲਾਗੂ ਹੁੰਦੀ ਹੈ। ਦੂਜੀ ਗੱਲ ਲਾਗੂ ਨਹੀਂ ਹੁੰਦੀ ਜਿੰਨਾ ਚਿਰ ਲੋਕ ਮਾਨਸਿਕ ਤੌਰ 'ਤੇ ਤਿਆਰ ਨਾ ਹੋਣ। ਫਿਰ ਤੁਸੀਂ ਟਕਰਾਅ ਪੈਦਾ ਕਰਦੇ ਹੋ, ਉਸ ਤੋਂ ਬਾਅਦ ਤਾਂ ਡੰਡਾ ਹੀ ਹੈ, ਡੰਡੇ ਨਾਲ ਤੁਸੀਂ ਟਕਰਾਅ ਕਰਦੇ ਹੋ, ਲੋਕਾਂ ਦੇ ਵਿੱਚ ਬੇਚੈਨੀ ਹੋਰ ਪੈਦਾ ਕਰਦੇ ਹੋ। ਇਹ ਤਾਂ ਬੜੀ ਮੋਟੀ ਜੀ ਗੱਲ ਹੈ, ਜਮਹੂਰੀ ਤਰੀਕੇ ਦੀ ਤਾਂ ਗੱਲ। ਲੋਕਾਂ ਦੀ ਰਾਏ ਲੈ ਲਓ, ਲੋਕਾਂ ਨੂੰ ਫੈਸਲਿਆਂ ਦੇ ਵਿੱਚ ਹਿੱਸੇਦਾਰ ਬਣਾ ਲਓ ਅਤੇ ਬਣਾ ਕੇ ਉਹਨਾਂ ਨੂੰ ਕਹੋ ਕਿ ਹੁਣ ਤੁਹਾਡੀ ਇਹ ਆਪਣੀ ਮਰਜ਼ੀ ਹੈ ਅਤੇ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਲਾਗੂ ਕਰਨਾ ਆਪਣੇ ਢੰਗ ਦੇ ਨਾਲ। ਅਸਲ ਦੇ ਵਿੱਚ ਇਹ ਹੈ ਕਿ ਲੋਕਾਂ ਦਾ ਅਤੇ ਲੀਡਰਾਂ ਦਾ ਆਪਸ 'ਚ ਤਾਲਮੇਲ ਇੰਨਾ ਟੁੱਟਿਆ ਹੋਇਆ ਹੈ, ਕੋਈ ਬਾਹਰ ਆਉਣਾ ਹੀ ਨਹੀਂ ਚਾਹੁੰਦਾ, ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨਾ ਹੀ ਨਹੀਂ ਚਾਹੁੰਦਾ। ਔਰ ਗੱਲ ਕਰੋਗੇ ਜਦੋਂ ਤੁਸੀਂ ਤਾਂ ਗੱਲ ਲੋਕ ਦੱਸਣਗੇ। ਲੋਕਾਂ ਕੋਲ ਅਜੇ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਅਥਾਰਟੀ ਨੂੰ ਗੱਲ ਦੱਸਣ, ਕਿਹੜੀ ਧਿਰ ਨੂੰ ਦੱਸਣ, ਕਿਹੜਾ ਕੋਈ ਵਿਅਕਤੀ ਹੈ ਜਿਹਦੇ ਕੋਲ ਉਹ ਜਾਣ ਅਤੇ ਉਹ ਆਪਣੀ ਗੱਲ ਕਿਹਦੇ ਕੋਲ ਪਹੁੰਚਾਉਣ। ਕੋਈ ਇਹੋ ਜਿਹਾ ਮੰਚ ਹੀ ਨਹੀਂ ਹੈ। ਜਿਹੜੇ ਆ ਟੈਲੀਫੋਨ ਦੇ ਦਿੰਦੇ ਨੇ ਕਿ ਜੀ ਇਹ ਟੈਲੀਫੋਨ ਦੇਤਾ ਤੁਹਾਨੂੰ ਇੱਕ ਟੋਲ ਫਰੀ ਨੰਬਰ ਹੈ, ਉਹ ਤਾਂ ਲੋਕਾਂ ਦੀਆਂ ਹਜ਼ਾਰਾਂ ਸ਼ਿਕਾਇਤਾਂ ਨੇ, ਉਹ ਮਿਲਦਾ ਹੀ ਨਹੀਂ ਹੈ। ਮਿਲਦਾ ਤਾਂ ਇੰਨਾ ਚਿਰ ਬਾਅਦ ਮਿਲਦਾ ਹੈ ਅਤੇ ਜਾਂ ਉੱਥੋਂ ਰਿਸਪੌਂਸ ਕਿੰਨਾ ਕੁ ਆਉਂਦਾ ਹੈ। ਇਹ ਸਾਰੀਆਂ ਲੋਕਾਂ ਦੇ ਇਤਰਾਜ਼ ਨੇ। ਲੋਕਾਂ ਦੇ ਇਤਰਾਜ਼ ਗਰਾਊਂਡ ਲੈਵਲ 'ਤੇ ਦੇਖੋ, ਹਾਲਾਤ ਦੇ ਮੁਤਾਬਕ ਫੈਸਲੇ ਕਰੋ, ਤਾਂ ਜਾ ਕੇ ਇਸ ਪਾਸੇ ਵੱਲ ਵੀ ਕੋਈ ਸਫਲਤਾ ਮਿਲੂਗੀ। ਨਹੀਂ ਤਾਂ ਫਿਰ ਠੀਕ ਹੈ, ਜੇ ਡੰਗ ਟਪਾਈ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ ਕਿ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਉਹ ਲੋਕਾਂ ਨੂੰ ਇਹ ਦਿਖਾਵਾ ਕਰਨ ਕਿ ਉਹ ਕੁਝ ਨਾ ਕੁਝ ਕਰ ਰਹੀਆਂ ਨੇ ਜੀ, ਅਤੇ ਇੰਨੇ ਚੱਲਦੇ 10-15 ਦਿਨ ਹੋਰ ਗੁਜ਼ਰ ਜਾਣਗੇ। ਜਿੰਨਿਆਂ ਨੂੰ ਹੋ ਕੇ ਹਟਣਾ ਹੋ ਕੇ ਹਟ ਜਾਊਗਾ, ਜਿੰਨਿਆਂ ਦੀਆਂ ਮੌਤਾਂ ਹੋ ਗਈਆਂ ਮੌਤਾਂ ਹੋ ਕੇ ਹਟ ਜਾਣਗੀਆਂ। ਕਈ ਸਮੇਂ ਦੇ ਲਿਹਾਜ਼ ਨਾਲ ਆਪੀ ਚੀਜ਼ਾਂ ਜਿਹੜੀਆਂ ਟੈਕਲ ਹੁੰਦੀਆਂ ਨੇ ਹੋ ਜਾਣਗੀਆਂ, ਸਾਡੀ ਸਰਦਾਰਦੀ ਉਦੋਂ ਬਾਅਦ ਖਤਮ ਹੋ ਜਾਏਗੀ। ਅਤੇ ਇਹ ਇੱਕ ਫਾਰਮੂਲਾ ਲੱਗਦਾ ਹੁਣ ਤਾਂ ਕਿ ਇੰਨੇ ਲੰਮਾ ਸਮਾਂ ਜਿਹੜਾ ਤੁਸੀਂ ਐਂ ਦੇ ਰਹੇ ਹੋ, ਉਹਦੇ ਲਈ ਉਹੀ ਜਿਹੀ ਮਿਹਨਤ ਨਹੀਂ ਕਰ ਰਹੇ ਜਿੰਨੀ ਮਿਹਨਤ ਦੀ ਲੋਕ ਉਮੀਦ ਕਰਦੇ ਨੇ। ਉਹਦੇ ਪਿੱਛੇ ਫਿਰ ਮਾਨਸਿਕਤਾ ਦਾ ਹੋਰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਇਹੋ ਜਿਹਾ ਹੀ ਆ ਰਿਹਾ ਕਿ ਸਮੇਂ ਦੇ ਨਾਲ ਕੋਈ ਕਹਿੰਦਾ 15 ਮਈ ਤੱਕ, ਕੋਈ ਕਹਿੰਦਾ 31 ਮਈ ਤੱਕ ਮੋੜਾ ਪੈ ਜਾਊਗਾ, ਅਤੇ ਮੋੜਾ ਪੈ ਜਾਊਗਾ ਅਤੇ ਮੇਰਾ ਖਿਆਲ ਆ ਉਹਨਾਂ ਤਾਰੀਖਾਂ ਨੂੰ ਡੀਕ ਰਹੇ ਨੇ। ਲੱਗਦਾ ਕਿਸੇ ਨੇ 15 ਤੱਕ ਕਰਤਾ, 17 ਤੱਕ ਕਰਤਾ, ਫਿਰ ਦੇਖ ਲਾਂਗੇ ਮੋੜਾ ਪੈ ਗਿਆ, ਫਿਰ ਆਪਣੀ ਪਿੱਠ ਤਪਤਪਾਵਾਂਗੇ ਵੀ ਦੇਖੋ ਜੀ ਇੰਨੇ ਸੰਕਟ 'ਚ ਵੀ ਅਸੀਂ ਇਹ ਕਰ ਲਿਆ ਜੀ। ਇਹਦਾ ਕੋਈ ਮਤਲਬ ਨਹੀਂ ਬਚਣਾ ਇੰਨਾ ਵੱਡਾ ਨੁਕਸਾਨ ਕਰਾ ਕੇ। ਯੋਗਤਾ ਇਸ ਗੱਲ ਨੂੰ ਕਹਿੰਦੇ ਨੇ ਕਿ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਫਾਇਦਾ ਕਿਵੇਂ ਪਹੁੰਚਾਇਆ ਜਾ ਸਕਦਾ ਹੈ, ਇਸ ਗੱਲ ਨਾਲ ਪੈਮਾਇਸ਼ ਹੋਏਗੀ ਬਾਕੀ ਚੀਜ਼ਾਂ ਦੀ। ਔਰ ਜੇਕਰ ਉਹਦੇ 'ਤੇ ਖਰੇ ਉਤਰਨਗੇ ਤਾਂ ਜਾ ਕੇ ਲੋਕ ਕਹਿਣਗੇ ਕਿ ਹਾਂ ਇਹ ਗੱਲ ਠੀਕ ਹੈ। ਨਹੀਂ ਤਾਂ ਇਹ ਗੱਲ ਦਿਖਾਈ ਦੇ ਰਹੀ ਹੈ ਕਿ ਲਾਚਾਰੀ ਦਿਖਾਈ ਦੇ ਰਹੀ ਹੈ, ਸਿਸਟਮ ਦੇ ਹੱਥ ਖੜ੍ਹੇ ਨੇ ਔਰ ਲੋਕ ਆਪਣੇ ਤਰੀਕੇ ਦੇ ਨਾਲ ਹੀ ਜਿੰਨਾ ਕੁ ਬੰਦੋਬਸਤ ਹੋ ਰਿਹਾ, ਹੋੜ ਪੋੜ ਹੋ ਰਹੀ ਹੈ, ਉਹ ਕਰ ਰਹੇ ਨੇ। ਅਤੇ ਉਹਦੇ 'ਚ ਜਿਹੜੇ ਬਚ ਕੇ ਫਿਰ ਉਹ ਕੁਦਰਤੀ ਬਚਣਗੇ, ਬਾਕੀ ਤਾਂ ਐਵੇਂ ਹੀ ਵਾਧੂ ਦਾ ਜਿਹੜਾ ਹੋ ਹੱਲਾ ਹੀ ਹੈ ਜੀ। ਹਮੀਰ ਸਿੰਘ ਜੀ, ਹਲੇ ਤੱਕ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰਾਂ, ਇਹ ਆਕਸੀਜਨ ਦੀ ਵੰਡ, ਵੈਕਸੀਨ ਦੀ ਵੰਡ ਜਾਂ ਹਸਪਤਾਲਾਂ 'ਚ ਬੈੱਡ ਮੁਹੱਈਆ ਕਰਾਉਣ ਦੀ ਜਿਹੜੀ ਦਿੱਕਤਾਂ ਤੋਂ ਹੀ ਬਾਹਰ ਨਹੀਂ ਆ ਪਾ ਰਹੀ। ਜੇਕਰ ਗੱਲ ਕਰੀਏ ਪਹਿਲਾਂ ਹੀ ਜਿਹੜਾ ਸੀ ਸਿਹਤ ਸਹੂਲਤਾਵਾਂ 'ਚ ਕਈ ਤਰ੍ਹਾਂ ਦੀ ਘਾਟਾਂ ਜਿਹੜੀ ਸੀਗੀਆਂ, ਸਿਹਤ ਕਾਮਿਆਂ ਦੀ ਵੱਡੀ ਗਿਣਤੀ 'ਚ ਘਾਟ ਜਿਹੜੀ ਸਾਹਮਣੇ ਆ ਰਹੀ ਸੀ। ਉੱਪਰੋਂ ਹੋਰ ਜਿਹੜੇ ਹੈ ਕਰੋਨਾ ਕੇਅਰ ਸੈਂਟਰ ਬਣਾਏ ਜਾ ਰਹੇ ਨੇ, ਉੱਥੇ ਵੀ ਕੋਈ ਸਿਹਤ ਅਧਿਕਾਰੀ ਜਿਹੜਾ ਹੈਗਾ ਕੋਈ ਦਿਖਾਈ ਨਹੀਂ ਦੇ ਰਿਹਾ। ਇਹ ਸਰਕਾਰਾਂ ਆਕਸੀਜਨ ਜਾਂ ਬੈੱਡਾਂ ਤੱਕ ਤਾਂ ਸੀਮਤ ਹੈ, ਪਰ ਉਹ ਸਿਹਤ ਕਾਮਿਆਂ ਦੀ ਘਾਟ ਵੱਲ ਜਿਹੜਾ ਹੈਗਾ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਨੂੰ ਕਿਵੇਂ ਦੇਖੋਗੇ? ਹਾਂ ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ। ਔਰ ਸਾਰੇ ਸੂਬਿਆਂ ਦੇ ਵਿੱਚ ਅਤੇ ਕੇਂਦਰ ਦੇ ਵਿੱਚ ਵੀ ਇੱਕ ਗੱਲ ਬੜੀ ਉੱਭਰ ਕੇ ਆ ਰਹੀ ਹੈ ਕਿ ਜਿਹੜੇ ਸਿਹਤ ਕਾਮੇ ਇਹਨਾਂ ਨੇ ਜਦੋਂ ਪਹਿਲਾਂ ਪਿਛਲੇ ਸਾਲ ਕਰੋਨਾ ਆਇਆ ਉਦੋਂ ਰੱਖ ਲਏ ਸੀ ਕਈ ਲੋਕ, ਕੋਈ ਪੈਰਾਮੈਡੀਕਲ ਸਟਾਫ ਰੱਖਿਆ, ਕੋਈ ਨਰਸਜ ਰੱਖੀਆਂ, ਕੋਈ ਵੱਖ-ਵੱਖ ਟਾਈਪ ਦੇ ਲੋਕ ਰੱਖ ਲਏ। ਫਿਰ ਜਦ ਮਾਹੌਲ ਮਾੜਾ ਜਿਹਾ ਸੁਧਰ ਗਿਆ ਫਿਰ ਹਟਾਤੇ, ਅਤੇ ਕਈਆਂ ਨੂੰ ਹੁਣ ਵੀ ਬੁਲਾਇਆ। ਜੇ ਪੰਜਾਬ ਦੇ ਕੇਸ 'ਚ ਦੇਖੋ ਕਿ NRHM ਦੇ ਤਹਿਤ ਜਿਹੜੇ ਬੰਦੇ ਭਰਤੀ ਕੀਤੇ ਗਏ ਨੇ ਉਹ ਹੜਤਾਲ 'ਤੇ ਚੱਲ ਰਹੇ ਨੇ। ਪੰਜਾਬ ਦੀ ਸਰਕਾਰ ਨੇ ਥ੍ਰੈਟ ਕਰਤਾ ਉਹਨਾਂ ਨੂੰ ਵੀ ਤੁਹਾਡੀਆਂ ਨੌਕਰੀਆਂ ਚਲੀਆਂ ਜਾਣਗੀਆਂ, ਅਸੀਂ ਇਹ ਕਰ ਲਾਂਗੇ। ਅਤੇ ਉਹ ਇਹ ਡਿਮਾਂਡ ਕਰਦੇ ਨੇ ਕਿ ਤੁਸੀਂ ਸਾਨੂੰ ਲਗਾਤਾਰ ਇੰਨੇ ਚਿਰ ਤੋਂ ਕਹਿੰਦੇ ਆ ਰਹੇ ਹੋ ਕਿ ਤੁਹਾਡੀਆਂ ਸੇਵਾਵਾਂ ਅਸੀਂ ਉਹਨਾਂ ਪੈਸੇ ਦੇਵਾਂਗੇ, ਬਰਾਬਰ ਕੰਮ ਦੀ ਬਰਾਬਰ ਤਨਖਾਹ ਦੇਵਾਂਗੇ, ਜਾਂ ਰੈਗੂਲਰ ਕਰ ਦਾਂਗੇ ਜਾਂ ਨਾ ਕਰ ਦਾਂਗੇ, ਜੋ ਵੀ ਤੁਸੀਂ ਕਹਿੰਦੇ ਆ ਰਹੇ ਹੋ। ਇੰਨਾ ਲੰਮਾ ਸਮਾਂ ਕਿਉਂ ਲੰਘਾਤਾ? ਹੁਣ ਸਰਕਾਰ ਇਹ ਕਹਿ ਰਹੀ ਹੈ ਤੁਸੀਂ ਸੰਕਟ ਛੱਡ ਰਹੇ ਹੋ, ਇਸ ਕਰਕੇ ਤੁਹਾਡੇ ਖਿਲਾਫ ਕਾਰਵਾਈ ਹੋਏਗੀ।
ਉਹਨਾਂ ਨੂੰ ਇਹ ਲੱਗ ਰਿਹਾ ਕਿ ਤੁਸੀਂ ਸੰਕਟ ਤੋਂ ਬਿਨਾਂ ਸਾਡੀ ਗੱਲ ਹੀ ਨਹੀਂ ਸੁਣਦੇ। ਬਿਲਕੁਲ। ਜੇ ਇਸ ਸੰਕਟ 'ਚ ਵੀ ਨਹੀਂ ਸੁਣਦੇ ਤਾਂ ਤੁਸੀਂ ਕਦੋਂ ਮੰਨੋਗੇ ਫਿਰ? ਇਸ ਲਈ ਇਹ ਦੋਹਰਾ ਸਵਾਲ ਹੈ, ਸਰਕਾਰਾਂ ਤੇ ਬੇਭਰੋਸਗੀ ਹੈ। ਇਸੇ ਕਰਕੇ ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ, ਸਾਰੇ ਵਰਗ ਵੱਡੇ ਵੱਡੇ ਮੁਜ਼ਾਹਰੇ ਜਾਂ ਆਪਣੇ ਐਜੀਟੇਸ਼ਨ ਉਦੋਂ ਕਰਨ ਲੱਗਦੇ ਨੇ। ਉਹਨਾਂ ਨੂੰ ਪਤਾ ਹੈ ਕਿ ਹੁਣ ਪਾਰਟੀਆਂ ਦਬਾਅ ਦੇ ਵਿੱਚ ਨੇ, ਜਾਂ ਤਾਂ ਉਹਦੇ ਤੇ ਫੈਸਲਾ ਲੈਣਗੀਆਂ, ਨਹੀਂ ਤਾਂ ਘੱਟੋ ਘੱਟ ਚੋਣ ਮਨੋਰਥ ਪੱਤਰਾਂ 'ਚ ਵਾਅਦਾ ਹੀ ਕਰਨਗੀਆਂ। ਜੇ ਵਾਅਦਾ ਕਰਨਗੀਆਂ, ਸਾਡੇ ਕੋਲ ਇੱਕ ਟੂਲ ਆਊਗਾ ਉਦੋਂ ਬਾਅਦ ਕਿ ਆ ਤੁਸੀਂ ਵਾਅਦਾ ਕੀਤਾ ਹੋਇਆ, ਕਿਉਂਕਿ ਉਦੋਂ ਬਿਨਾਂ 4 ਸਾਲ ਤਾਂ ਉਹ ਕੰਮ ਹੀ ਨਹੀਂ ਕਰਦੇ ਜੀ। ਔਰ ਇਸੇ ਕਰਕੇ ਆਪੋਜੀਸ਼ਨ ਪਾਰਟੀਆਂ ਵੀ ਇਹ ਕਰਦੀਆਂ ਨੇ, 4 ਸਾਲ ਬੋਲੋ ਨਾ ਬੋਲੋ, ਲਾਸਟ ਸਾਲ ਸਰਕਾਰ ਦੇ ਖਿਲਾਫ ਖੜੀਆਂ ਹੁੰਦੀਆਂ ਨੇ। ਉਹ ਤਾਂ ਖੜੀਆਂ ਹੁੰਦੀਆਂ ਨੇ ਕਿ ਸਰਕਾਰਾਂ ਦੀ ਕਾਰਗੁਜ਼ਾਰੀ ਹੁਣ ਇਹੋ ਜਿਹੀ ਬਣ ਗਈ ਕਿ ਉਹ ਚੁਣੀਆਂ ਚਾਹੇ 5 ਸਾਲ ਲਈ ਜਾਂਦੀਆਂ ਨੇ, ਪਰ ਕੰਮ ਆਖਰੀ ਸਾਲ ਹੀ ਕਰਨਾ ਚਾਹੁੰਦੀਆਂ ਨੇ, ਲੋਕਾਂ ਨੂੰ ਦਿਖਾਉਣ ਦੇ ਲਈ ਕਿ ਦੁਬਾਰਾ ਸੱਤਾ 'ਚ ਆਇਆ ਜਾ ਸਕੇ। ਇਹ ਨਜ਼ਰੀਏ ਨੂੰ ਬਦਲਣ ਦਾ ਸਵਾਲ ਹੈ। ਤੁਸੀਂ ਉਹਨਾਂ ਬੰਦਿਆਂ ਨੂੰ ਥ੍ਰੈਟ ਕਰਕੇ ਡੰਡੇ ਨਾਲ ਆਪਣੀ ਡਿਊਟੀ 'ਤੇ ਲਿਆਉਣ ਦੀ ਬਜਾਏ ਉਹਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਨੂੰ ਕੋਈ ਟਾਈਮ ਫਰੇਮ ਦਿਓ ਕਿ ਅੱਜ ਤੁਸੀਂ ਹੜਤਾਲ ਨਾ ਕਰੋ, ਪਰ ਇਸ ਦਿਨ ਤੋਂ ਇੰਨੇ ਤਰੀਕ ਤੋਂ ਬਾਅਦ ਅਸੀਂ ਆਹ ਚੀਜ਼ਾਂ ਤੁਹਾਡੀਆਂ ਕਰ ਲਾਂਗੇ, ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜਾਂ ਨਹੀਂ ਸਹਿਮਤ ਹਾਂ, ਜੋ ਵੀ ਕਰਨਾ ਉਸ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਨਹੀਂ ਤਾਂ ਸਾਰਿਆਂ 'ਤੇ ਡੰਡਾ ਇਹੋ ਜਿਹੀ ਐਮਰਜੈਂਸੀ ਦੇ ਦੌਰਾਨ ਚਲਾਉਣ ਦੀ ਬਜਾਏ ਤਾਂ ਨਾਲ ਤੁਸੀਂ ਮੇਰੇ ਖਿਆਲ ਨਾਲ ਹੋਰ ਮਾਹੌਲ ਵਿਗਾੜੋਗੇ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੇ ਬੰਦੇ ਤੁਹਾਡੇ ਕੋਲ ਹੈ ਨੇ ਉਹ ਵੀ ਸ਼ਾਇਦ ਹੁਣ ਤਾਂ 1-2 ਦਿਨ ਦੀ ਹੜਤਾਲ 'ਤੇ ਨੇ ਤੁਹਾਨੂੰ ਮਨਾਉਣ ਲਈ, ਫਿਰ ਜੇ ਲਗਾਤਾਰ ਉੱਥੋਂ ਇੰਨੇ ਬੰਦੇ ਕੱਢ ਦੋਗੇ ਤਾਂ ਉਹਨਾਂ ਦੀ ਭਰਪਾਈ ਕੌਣ ਕਰੇਗਾ ਤੇ ਮਰੀਜ਼ਾਂ ਨੂੰ ਤੁਸੀਂ ਬਚਾਓਗੇ ਕਿਵੇਂ? ਇਹ ਜਿੱਦ ਸਰਕਾਰਾਂ ਨੂੰ ਵੀ ਛੱਡਣੀ ਚਾਹੀਦੀ ਹੈ ਔਰ ਸਰਕਾਰਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਨਿਪਟਾਉਣਾ ਚਾਹੀਦਾ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।